ਨਮਸਕਾਰ, ਸਤਿ ਸ੍ਰੀ ਅਕਾਲ। ਜਾਗੋ ਪੰਜਾਬ ਵਿੱਚ ਤੁਹਾਡਾ ਸਭ ਦਾ ਸਵਾਗਤ। ਅਸੀਂ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਯੂਰਪ ਦੇ ਸੰਗਤ ਟੀਵੀ ਦੇ ਨਾਜ਼ਰੀਨਾਂ ਦਾ ਵੀ ਸਵਾਗਤ ਕਰਦੇ ਹਾਂ। ਆਖਿਰ ਕੀ ਵਜ੍ਹਾ ਹੈ ਕਿ ਕਿਸਾਨ ਹਰ ਥਾਂ ਉੱਤੇ ਰੁਲਦਾ ਹੈ? ਕੀ ਕਾਰਨ ਕਿ ਕਿਸਾਨਾਂ ਨਾਲ ਹਰ ਥਾਂ ਤੇ ਠੱਗੀ ਵੱਜਦੀ ਹੈ? ਤੇ ਕੀ ਕਾਰਨ ਕਿ ਕਿਸਾਨਾਂ ਨੂੰ ਆਪਣੀ ਜਿੰਸ ਦਾ ਲਾਗਤ ਮੁੱਲ ਸਹੀ ਭਾਅ ਨਾਲ ਨਹੀਂ ਮਿਲਦਾ? ਹੁਣ ਮੰਡੀਆਂ ਵਿੱਚ ਝੋਨੇ ਦੀ ਫਸਲ ਆ ਚੁੱਕੀ ਹੈ ਤੇ ਫਿਰ ਕਿਸਾਨ ਆਪਣੀ ਫਸਲ ਨਾਲ ਮੰਡੀਆਂ ਵਿੱਚ ਰੁਲ ਰਿਹਾ ਅਤੇ ਉੱਪਰੋਂ ਮੰਡੀਆਂ ਵਿੱਚ ਕੁਝ ਲੋਕਾਂ ਵੱਲੋਂ ਫਸਲ ਦਾ ਸਮਰਥਨ ਮੁੱਲ ਵੀ ਨਹੀਂ ਦਿੱਤਾ ਜਾ ਰਿਹਾ। ਇਹਨਾਂ ਸਾਰਿਆਂ ਮਸਲਿਆਂ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਸਾਡੇ ਸਟੂਡੀਓ ਵਿੱਚ ਮੌਜੂਦ ਨੇ। ਰਾਜੇਵਾਲ ਸਾਹਿਬ ਜੀ, ਆਇਆਂ ਨੂੰ ਬਹੁਤ ਬਹੁਤ ਸਵਾਗਤ। ਉਹੀ ਪੁਰਾਣਾ ਸਦੀਆਂ ਪੁਰਾਣਾ ਇੱਕੋ ਪਿੱਟ ਸਿਆਪਾ ਹੈਗਾ ਕਿ ਆਖਿਰ ਕੀ ਵਜ੍ਹਾ ਹੈਗੀ ਹੈ ਕਿ ਕਿਸਾਨ ਫਸਲ ਵੇਲੇ ਤੇ ਫਸਲ ਤੋਂ ਪਹਿਲਾਂ ਵੀ ਮੰਡੀਆਂ 'ਚ ਰੁਲਦਾ ਨਜ਼ਰ ਆਉਂਦਾ ਹੈਗਾ ਜੀ? ਅਸਲ 'ਚ ਮੈਂ ਸਮਝਦਾ ਇੱਥੇ ਦੇ ਪੋਲੀਟੀਸ਼ੀਅਨ ਦੀ, ਇੱਥੇ ਦੇ ਸ਼ਹਿਰੀ ਲੋਕਾਂ ਦੀ ਇੱਕ ਧਾਰਨਾ ਬਣ ਗਈ ਵੀ ਕਿਸਾਨ ਤਾਂ ਦਾਣੇ ਬਣਾਉਣ ਵਾਲਾ ਸੰਦ ਹੈ। ਬਿਲਕੁਲ। ਇਦੋਂ ਬਾਅਦ ਉਹ ਇਹਨੂੰ ਕੁਝ ਸਮਝਦੇ ਨਹੀਂ ਔਰ ਇਹੋ ਵਜ੍ਹਾ ਹੈ ਭਈ ਉਹਨਾਂ ਦੀ ਲੋੜ ਹੈ। ਇਹ ਪੈਦਾ ਕਰਕੇ ਜਦ ਮੰਡੀ 'ਚ ਆ ਜਾਂਦਾ ਹੈ ਉਹ ਇੱਕ ਸੰਦ ਵਾਂਗ ਹੀ ਦੇਖਦੇ ਨੇ ਇਹਨੂੰ। ਉਹਨਾਂ ਦਾ ਐਂਗਲ ਜਿਹੜਾ ਉਹ ਨਹੀਂ ਵਰਤਿਆ। ਉਹ ਉਹਨਾਂ ਦੀ ਇੱਕ ਮਾਨਸਿਕਤਾ ਇਹ ਬਣ ਗਈ ਭਈ ਸਾਡੇ ਲਈ ਖਾਣ ਲਈ ਵਧੀਆ ਤੋਂ ਵਧੀਆ ਪਦਾਰਥ ਪੈਦਾ ਕਰੇ, ਉਹਦਾ ਮੁੱਲ ਨਾ ਮੰਗੇ, ਸਾਨੂੰ ਸਸਤੇ ਤੋਂ ਸਸਤਾ ਮਿਲੇ। ਜੇ ਕਿਤੇ ਖੇਤੀ ਦੀ ਉਹ ਪੈਦਾਵਾਰ ਦੇ ਖਰਚੇ ਵੱਧਦੇ ਹੈ, ਕਿਸੇ ਨੂੰ ਕੋਈ ਸਰੋਕਾਰ ਨਹੀਂ। ਅਤੇ ਜੇ ਉਹਦਾ ਰੇਟ 2 ਰੁਪਏ ਵੀ ਵੱਧ ਜਾਂਦਾ ਤਾਂ ਤੜਕ ਦੁਹਾਈ ਪੈਂਦੀ ਹੈ, ਮੀਡੀਆ ਗੱਲ ਚੱਕ ਲੈਂਦਾ, ਸਾਰੇ ਥਾਂ ਥਾਂ ਇਹੀ ਦੇਖੋ ਜੀ ਮਹਿੰਗਾਈ ਹੋ ਗਈ ਜੀ, ਪੱਟੇ ਗਏ ਲੁੱਟੇ ਗਏ। ਬਿਲਕੁਲ। ਕਿਸੇ ਨੂੰ ਕਿਸਾਨ ਦੀ ਪੈਦਾ ਕਰਨ ਵਾਲੇ ਦੀ ਚਿੰਤਾ ਹੈ ਨਹੀਂ। ਇਹੋ ਵਜ੍ਹਾ ਹੈ। ਅੱਛਾ, ਫਸਲ ਆ ਚੁੱਕੀ ਹੈਗੀ ਆ। ਬੀਤੇ ਦਿਨ ਹੀ ਅੰਮ੍ਰਿਤਸਰ ਤੋਂ ਖਬਰਾਂ ਛਪੀਆਂ ਹੈਗੀਆਂ ਨੇ ਕਿ ਜਿਹੜੇ ਕਿਸਾਨਾਂ ਨੂੰ ਸਮਰਥਨ ਮੁੱਲ ਹੈਗਾ 1345 ਰੁਪਏ, ਉਹ ਵੀ ਨਹੀਂ ਪੂਰਾ ਦਿੱਤਾ ਜਾ ਰਿਹਾ ਹੈਗਾ। ਕਈ ਬਹਾਨੇ ਘੜੇ ਜਾ ਰਹੇ ਨੇ, ਮੜੇ ਜਾ ਰਹੇ ਹੈਗੇ ਨੇ ਕਿ ਝੋਨਾ ਗਿੱਲਾ ਹੈਗਾ ਜੀ, ਨਮੀ ਬਹੁਤ ਜ਼ਿਆਦਾ ਹੈਗੀ ਹੈ। ਅਤੇ ਇਹ ਕਿਸਾਨ ਜੇ ਇੱਦਾਂ ਕਿਸਾਨ ਦੇ ਨਾਲ ਹੁੰਦਾ ਗਿਆ ਤਾਂ ਫਿਰ ਕਿਸਾਨ ਕੀ ਕਰੇਗਾ ਜੀ? ਦੇਖੋ, ਸਥਿਤੀ ਐਸੀ ਹੈ ਵੀ ਖੇਤੀ ਜਿਹੜੀ ਹੈ ਬਹੁਤੀ ਕੁਦਰਤ ਦੇ ਸਹਾਰੇ ਹੈ, ਕੁਦਰਤ 'ਤੇ ਡਿਪੈਂਡੈਂਟ ਹੈ। ਮੌਸਮ ਕਿਹਾ ਜਾ ਰਹਿੰਦਾ ਉਹਨੇ ਵੀ ਪ੍ਰਭਾਵਿਤ ਕਰਨਾ, ਫਿਰ ਮੰਡੀ ਕਿਹੋ ਜਿਹੀ ਹੈ ਉਹਨੇ ਵੀ ਪ੍ਰਭਾਵਿਤ ਕਰਨਾ। ਬਦਕਿਸਮਤੀ ਨਾਲ ਪਿਛਲੇ ਦਿਨਾਂ ਵਿੱਚ 15 ਸਤੰਬਰ ਨੂੰ ਜਿਹੜਾ ਝੱਖੜ ਆਇਆ ਬਹੁਤ ਜ਼ਬਰਦਸਤ, ਉਹਦੇ ਨਾਲ ਫਸਲ ਡਿੱਗ ਪਈ, ਵਿਛ ਗਈ ਔਰ ਇੰਨੀ ਤੇਜ਼ ਹਵਾ ਸੀ ਉਹ ਸਿੱਟੇ ਝੋਨੇ ਦੇ ਇੱਕ ਦੂਏ ਨਾਲ ਖਹਿ ਕੇ ਉਹ ਡਿਸਕਲਰ ਹੋ ਗਏ। ਅਤੇ ਹੁਣ ਬਹੁਤ ਸਾਰੇ ਸਿੱਟੇ ਜਿਹੜੇ ਤਾਜ਼ੇ ਨਿਕਲੇ ਸੀ ਉਹ ਝੜ ਗਏ। ਬਿਲਕੁਲ। ਉਹਦੇ ਨਾਲ ਕਿਸਾਨ ਦਾ ਝਾੜ ਵੀ ਘਟਿਆ। ਹੁਣ ਮੰਡੀ 'ਚ ਆ ਕੇ ਜੇ ਉਹਦਾ ਦਾਣਾ ਡਿਸਕਲਰ ਹੋ ਗਿਆ, ਬਦਰੰਗ ਹੋ ਗਿਆ, ਤਾਂ ਫਿਰ ਉਹਨਾਂ ਦੀਆਂ ਸਪੈਸੀਫਿਕੇਸ਼ਨਸ 'ਚ ਨਹੀਂ ਆਉਂਦਾ। ਉਹ ਤੋਂ ਬਾਅਦ ਅੰਮ੍ਰਿਤਸਰ 'ਚ ਪਿਛਲੇ ਦਿਨੀ ਜੋ ਹੋਇਆ, ਇੰਨੀ ਜ਼ਬਰਦਸਤ ਬਾਰਿਸ਼ ਹੋਈ, ਉੱਥੇ ਤਾਂ ਸਾਰੀ ਕਿਸਾਨੀ ਜਿਹੜੀ ਮੈਂ ਕਹਾਂ ਮਾਝੇ ਦੀ ਰੋਲ ਕੇ ਰੱਖ ਦਿੱਤੀ ਕੁਦਰਤ ਨੇ। ਉਹ ਤੋਂ ਬਾਅਦ ਰਹਿੰਦੀ ਕਸਰ ਸਰਕਾਰੀ ਏਜੰਸੀਆਂ ਨੇ। ਹਾਲ ਇਹ ਹੋ ਗਿਆ ਵੀ ਕਿਸੇ ਨੂੰ ਜਿਵੇਂ ਕੋਈ ਚਿੰਤਾ ਹੀ ਨਹੀਂ ਵੀ ਕਿਸਾਨ ਮੰਡੀ 'ਚ ਆਇਆ, ਉਹਨਾਂ ਦੀ ਵੀ ਕੋਈ ਡਿਊਟੀਆਂ, ਮੋਟੀਆਂ ਤਨਖਾਹਾਂ ਲੈਣ ਵਾਲੇ ਆਪਣੇ ਦਫ਼ਤਰਾਂ 'ਚ ਬੈਠੇ ਨੇ। ਮੈਂ ਕਈ ਵਾਰੀ ਸੋਚਦਾ ਭਈ ਜਦੋਂ ਤਾਂ ਸਮੂਥਲੀ ਕੰਮ ਚੱਲਦਾ ਮੰਡੀਆਂ 'ਚ, ਫਿਰ ਤਾਂ ਸਾਰੇ ਨੰਬਰ ਬਣਾਉਣ ਨੂੰ ਭੱਜੇ ਜਾਂਦੇ ਨੇ, ਅਫਸਰ ਵੀ, ਲੀਡਰ ਵੀ। ਚਲੋ ਜੀ ਮੰਡੀਆਂ ਦਾ ਫਲਾਣੇ ਨੇ ਦੌਰਾ ਕੀਤਾ ਜਾਂ ਫੋਟੋਆਂ ਖਿਚਾਉਣ ਵਾਸਤੇ। ਫੋਟੋ 1 ਅਕਤੂਬਰ ਤੋਂ ਖਰੀਦ ਸ਼ੁਰੂ ਹੋਈ ਆ ਕਾਗਜ਼ਾਂ ਵਿੱਚ। ਬਿਲਕੁਲ। ਹਾਲੇ ਤੱਕ ਕੋਈ ਅਫਸਰ ਕਿਤੇ ਦਿੰਦਾ ਨਹੀਂ, ਕੋਈ ਏਜੰਸੀਆਂ ਦਿੰਦੀਆਂ ਨਹੀਂ। ਪ੍ਰਬੰਧ ਦੇ ਦਾਅਵੇ ਜਿਹੜੇ ਨੇ ਉਹ ਨਹੀਂ ਨਜ਼ਰ ਆਉਂਦੇ, ਕਿੱਥੇ ਪ੍ਰਬੰਧ ਕੀਤਾ, ਕਿਤੇ ਲਿਫਟਿੰਗ ਦਾ ਪ੍ਰਬੰਧ ਨਹੀਂ, ਕਿਤੇ ਕੋਈ ਪੇਮੈਂਟ ਨਹੀਂ ਹੋ ਰਹੀ। ਐਵੇਂ 48 ਘੰਟੇ 'ਚ ਪੇਮੈਂਟ, ਦਾਅਵੇ ਅਖਬਾਰੀ ਦਾ ਚਰਚਾ ਹੀ ਹੈ ਨਾ, ਅਸਲ ਵਿੱਚ ਪ੍ਰੈਕਟੀਕਲੀ ਇਹਦਾ ਕੁਝ ਵੀ ਨਹੀਂ ਹੋ ਰਿਹਾ। ਪਰ ਅਸੀਂ ਪਿਛਲੀ ਕੈਬਨਿਟ ਦੀ ਗੱਲ ਕਰੀਏ, ਬਕਾਇਦਾ ਤੌਰ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਅਫਸਰਾਂ ਨੂੰ ਕੈਬਨਿਟ 'ਚ ਵੀ ਏਜੰਡਾ ਪਾਸ ਕੀਤਾ ਹੈ ਕਿ ਯਾਰ ਕਿ ਜਿਹੜੀ ਕਿਸਾਨਾਂ ਨੂੰ ਜਿਹੜਾ ਮੰਡੀਆਂ 'ਚ ਰੁਲਣ ਨਾ ਦਿੱਤਾ ਜਾਵੇ, ਸਮੇਂ ਸਿਰ ਜਿਹੜੀ ਫਸਲ ਚੁੱਕੀ ਜਾਵੇ, ਹੈਗੇ ਪੂਰੇ ਪ੍ਰਬੰਧ ਕੀਤੇ ਜਾਣ। ਕੋਈ 1700 ਤੋਂ ਵੱਧ ਕੋਈ ਖਰੀਦ ਕੇਂਦਰ ਸਥਾਪਿਤ ਕੀਤੇ ਹੈਗੇ ਨੇ। ਅਤੇ ਫਿਰ ਵੀ ਇੰਨੇ ਕੈਬਨਿਟ ਦਾ ਅਗਰ ਫੈਸਲਾ ਨਹੀਂ ਲਾਗੂ ਹੋ ਰਿਹਾ ਤਾਂ ਫਿਰ ਕੌਣ ਕਸੂਰਵਾਰ ਹੈਗਾ, ਕੌਣ ਹੈ ਦੋਸ਼ੀ ਜੀ? ਮੈਂ ਬੇਨਤੀ ਕਰਾਂ, ਮੈਂ 7 ਤਾਰੀਖ ਨੂੰ ਬਾਦਲ ਸਾਹਿਬ ਨੂੰ ਇੱਕ ਨੋਟ ਲਿਖ ਕੇ ਦੇ ਕੇ ਆਇਆ। ਕਈ ਚੀਜ਼ਾਂ 'ਤੇ ਸੀ, ਉਹਦੇ ਵਿੱਚੋਂ ਇੱਕ ਇਹ ਸੀ, ਝੋਨੇ ਦਾ ਮਸਲਾ ਸੀ। ਮੈਂ ਉਹਨਾਂ ਨੂੰ ਕਿਹਾ ਸੀ ਵੀ ਜਿਹੜਾ 15 ਸਤੰਬਰ ਦਾ ਝੱਖੜ ਚੱਲਿਆ ਹੈ, ਇਹਦੇ ਨਾਲ ਇਸ ਵਾਰੀ ਡਿਸਕਲਰਡ ਔਰ ਡੈਮੇਜਡ ਸ਼੍ਰਿਵਲਡ ਗ੍ਰੇਨ ਇਹਦੀ ਮਾਤਰਾ ਵਧਣੀ ਹੈ। ਸਪੈਸੀਫਿਕੇਸ਼ਨ ਤੋਂ ਵੱਧ ਫੌਰੀ ਕੇਂਦਰ ਸਰਕਾਰ ਕੋਲੇ ਮੁੱਦਾ ਉਠਾਇਆ ਜਾਏ ਔਰ ਇਹਦੇ ਵਿੱਚ ਰਿਲੈਕਸੇਸ਼ਨ ਲਈ ਜਾਏ। ਜੇ ਰਿਲੈਕਸੇਸ਼ਨ ਨਾ ਲਈ ਤਾਂ ਗਾਂ FCI ਨੂੰ ਦੇਣਾ। ਅਕਸਰ ਜਿਹੜੀਆਂ ਸਟੇਟ ਏਜੰਸੀਆਂ ਨੇ ਇਹਨਾਂ ਨੇ ਵੀ ਮਾਲ FCI ਦੇ ਕੋਲ ਡਿਲੀਵਰ ਕਰਨਾ, ਤੇ ਮਾਲ ਕਿਸੇ ਨੇ ਖਰੀਦਣਾ ਨਹੀਂ, ਕਿਸਾਨ ਰੁਲੇਗਾ। ਇਹਨੂੰ ਤੁਰੰਤ ਮਸਲੇ, ਔਰ ਮੈਨੂੰ ਅਫਸੋਸ ਹੈ ਅੱਜ ਤੱਕ ਕਿਸੇ ਨੇ ਨਹੀਂ ਟੇਕਅਪ ਕੀਤਾ। ਕੱਲ੍ਹ ਮੈਂ ਦੁਬਾਰਾ ਪ੍ਰਧਾਨ ਮੰਤਰੀ ਨੂੰ ਚਿੱਠੀ
ਆਪਣੇ ਤੌਰ ਤੇ ਇੱਕ ਲਿਖੀ ਹੈ ਤੇ ਉਹ ਚਿੱਠੀ ਦੇ ਵਿੱਚ ਸਪੈਸੀਫਿਕੇਸ਼ਨ ਰਿਲੈਕਸ ਕਰਨ ਵਾਸਤੇ ਲਿਖਿਆ। ਸਰਕਾਰ ਇਸ ਤਰ੍ਹਾਂ ਓਬੇਸਲੀ ਬੈਠੀ ਹੈ, ਕੋਈ ਅਫਸਰ ਨਹੀਂ, ਕਿਸੇ ਨੂੰ ਕੋਈ ਚਿੰਤਾ ਨਹੀਂ, ਬਿਲਕੁਲ ਅਣਭਿੱਜ ਨੇ ਕਿਸਾਨ ਦੀ ਸਮੱਸਿਆ ਤੋਂ, ਕਿਸੇ ਨੂੰ ਕੋਈ ਫਿਕਰ ਨਹੀਂ ਵੀ ਕਿਸਾਨ ਮੰਡੀਆਂ 'ਚ ਰੁਲਦਾ ਹੈ। ਪਰ ਉਹੀ ਸਾਡੇ ਬਾਦਲ ਸਾਹਿਬ ਕਹਿ ਰਹੇ ਕਿ ਕਿਸਾਨਾਂ ਦੇ ਹਿਤੈਸ਼ੀ ਨੇ, ਕਿਸਾਨਾਂ ਦੇ ਮਸੀਹਾ ਹੈਗੇ ਨੇ, ਤੇ ਜੇ ਇਦਾਂ ਦੇ ਕਿਸਾਨਾਂ ਦੀ ਬਾਂਹ ਨਹੀਂ ਫੜੇਗਾ ਤੇ ਕੌਣ, ਕੋਈ ਯੂਪੀ ਬਿਹਾਰ ਤੋਂ ਆ ਕੇ ਤੇ ਨਹੀਂ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜੇਗਾ ਜੀ? ਦੇਖੋ ਜੀ, ਮੈਂ ਇੱਕ ਬੇਨਤੀ ਕਰਾਂ, ਮੈਂ ਇੱਕ ਮੁੱਦਾ ਹੋਰ ਉਹਨਾਂ ਨੂੰ ਉਠਾਇਆ ਜਿਹੜਾ ਬੁਨਿਆਦੀ ਮੁੱਦਾ ਜਿਹਦੇ 'ਚ ਕਿਸਾਨੀ ਡੁੱਬਦੀ ਹੈ। ਜਦੋਂ ਤੋਂ ਪਹਿਲਾਂ ਕਿਤੇ ਇਹਦਾ ਨਾਂ ਸੀਗਾ ਜਿਹੜਾ ਕੀਮਤਾਂ ਮਿਥਣ ਵਾਲਾ ਕਮਿਸ਼ਨ ਸੀ, ਪਹਿਲਾਂ ਉਹਦਾ ਨਾਂ ਸੀ ਐਗਰੀਕਲਚਰ ਪ੍ਰਾਈਸ ਕਮਿਸ਼ਨ। ਬਿਲਕੁਲ ਜੀ। ਅਸੀਂ ਕਿਹਾ ਵੀ ਕਾਸਟ ਵੀ ਇਹਦੀ ਕੈਲਕੂਲੇਟ ਕਰਵਾਓ ਇਹਦੇ ਕੋਲੋਂ ਪ੍ਰੋਪਰਲੀ, ਉਹਦਾ ਨਾਂ ਰੱਖਤਾ CACP, ਕਮਿਸ਼ਨ ਔਨ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ। ਬਿਲਕੁਲ। ਉਹਦਾ ਜਿਹੜਾ ਅਧਿਕਾਰ ਖੇਤਰ ਹੈ ਉਹਨੂੰ ਪੜ੍ਹੋ। ਅਸੀਂ ਪਹਿਲਾਂ ਲੜਦੇ ਰਹੇ ਬੜਾ, ਹੁਣ ਮੈਂ ਜਦੋਂ RTI ਚੋਂ ਕਢਾਇਆ ਉਹ ਪੜ੍ਹ ਕੇ ਦਿਮਾਗ ਹੀ ਖਰਾਬ ਹੋ ਗਿਆ ਵੀ ਕਿਵੇਂ ਬਚਾਂਗੇ। ਅੱਛਾ। ਉਹਦੇ 'ਚ ਲਿਖਿਆ ਹੈ ਵੀ ਜੇ ਕਾਸਟ ਆਫ ਲਿਵਿੰਗ ਵੱਧ ਜਾਏ ਫਿਰ ਭਾਅ ਨਹੀਂ ਵਧਾਉਣਾ, ਜਨਰਲ ਪ੍ਰਾਈਸ ਲੈਵਲ ਉੱਚਾ ਹੋ ਜਾਏ ਫਿਰ ਭਾਅ ਨਹੀਂ ਵਧਾਉਣਾ, PDS ਦਾ ਬਿੱਲ ਸਰਕਾਰ ਦਾ ਵਧੇ ਤਾਂ ਭਾਅ ਨਹੀਂ ਵਧਾਉਣਾ, ਇੰਡਸਟਰੀ ਦੀ ਕਾਸਟ ਸਟਰਕਚਰ ਵਧੇ ਫਿਰ ਭਾਅ ਨਹੀਂ ਵਧਾਉਣਾ, ਡਿਮਾਂਡ ਸਪਲਾਈ ਦਾ ਖਿਆਲ ਰੱਖਣਾ ਹੈ, ਇੰਟਰਨੈਸ਼ਨਲ ਪ੍ਰਾਈਸਿਸ ਦਾ ਖਿਆਲ ਰੱਖਣਾ। ਹੁਣ ਇਹ ਗੱਲਾਂ ਸਾਰੀਆਂ ਸਰਕਾਰਾਂ ਨੇ ਦੇਖਣੀਆਂ। ਹੁਣ ਮੈਨੂੰ ਇੱਕ ਦੱਸਿਓ ਬਈ ਡੀਜ਼ਲ ਦਾ ਹਰ ਮਹੀਨੇ 50 ਪੈਸੇ ਤਾਂ ਵਧੀ ਜਾਂਦੇ ਨੇ, ਉਹਦੇ ਨਾਲ ਟਰਾਂਸਪੋਰਟ ਕਾਸਟ ਵੱਧ ਜਾਂਦੀ ਹੈ, ਉਹਦੇ ਨਾਲ ਕਾਸਟ ਆਫ ਲਿਵਿੰਗ ਵੱਧਦੀ, ਉਹਦੀ ਸਜ਼ਾ ਕਿਸਾਨ ਨੂੰ ਦੇ ਦਿਓ। ਜੇ ਜਨਰਲ ਪ੍ਰਾਈਸ ਲੈਵਲ ਇਹਦੇ ਨਾਲ ਵੱਧ ਗਿਆ, ਸਰਕਾਰ ਦੀ ਪਾਲਿਸੀਜ਼ ਨਾਲ ਸਜ਼ਾ ਦੇ ਦਿਓ ਕਿਸਾਨ ਨੂੰ। ਇੰਪੋਰਟ ਐਕਸਪੋਰਟ ਪ੍ਰਭਾਵਿਤ ਹੁੰਦੀ ਹੈ ਤਾਂ ਨਹੀਂ ਭਾਅ ਵਧਾਉਣਾ, ਇੰਪੋਰਟ ਐਕਸਪੋਰਟ ਸਰਕਾਰ ਦੀ ਪਾਲਿਸੀਜ਼ ਨਾਲ ਜੁੜੀ ਹੈ। ਤਾਂ ਜਿਹੜੀਆਂ ਚੀਜ਼ਾਂ ਦਾ ਧਿਆਨ ਕੇਂਦਰ ਸਰਕਾਰ ਨੇ ਕਰਨਾ ਹੈ, ਉਹਦੀ ਜ਼ਿੰਮੇਵਾਰੀ ਪਾਤੀ ਖੇਚ ਖੜੇ ਕਿਸਾਨ ਦੀ, ਜਿਹੜਾ ਅੱਧ ਪੜ੍ਹਿਆ ਜਾਂ ਅਨਪੜ੍ਹ ਹੈ। ਉਹਦੇ ਕੋਲ ਹੋਰ ਕੋਈ ਕੰਮ ਨਹੀਂ ਆਉਂਦਾ, ਮੁੜ ਖੇਤੀ ਕਰੀ ਜਾਂਦਾ ਹੈ, ਇਹਨਾਂ ਨੂੰ ਪੈਦਾ ਕਰਕੇ ਢੇਰ ਲਾਈ ਜਾਂਦਾ। ਇਹ ਏਡੇ ਢੀਠ, ਏਡੇ ਬੇਸ਼ਰਮ ਨੇ, ਇਹਨਾਂ ਨੂੰ ਕੋਈ ਉਹਦੀ ਚਿੰਤਾ ਨਹੀਂ। ਜਿੰਨੀ ਦੇਰ ਤੱਕ ਮੈਂ ਸਮਝਦਾ CACP ਦਾ ਅਧਿਕਾਰ ਖੇਤਰ ਨਹੀਂ ਬਦਲਦਾ, ਸਿਰਫ ਤੇ ਸਿਰਫ ਇੱਕੋ ਗੱਲ ਕਰ ਦੇਣ, ਉਹਦੀ ਕਾਸਟ ਪ੍ਰੋਪਰਲੀ ਸਾਇੰਟੀਫਿਕਲੀ ਕੈਲਕੂਲੇਟ ਕਰਨ, ਉਹਦੇ ਵਿੱਚ ਕੁਛ ਨਾ ਕੁਛ ਪ੍ਰੋਫਿਟ ਐਡ ਕਰ ਦੇਣ ਤਾਂ ਕਿ ਉਹ ਵੀ ਆਪਣੇ ਬੱਚੇ ਪਾਲ ਸਕੇ, ਉਹ ਵੀ ਸਰਵਾਈਵ ਕਰ ਸਕੇ ਵਿਦ ਫੈਮਿਲੀ। ਇਹ ਕਰਦਾ ਨਹੀਂ ਕੋਈ। ਰਜਵਲ ਸਾਹਿਬ, ਤੁਹਾਡੇ ਨਾਲ ਗੱਲਬਾਤ ਜਾਰੀ ਰਹੀ ਕਿ ਕਾਲਰ ਜੁੜੇ ਹੈਗੇ ਨੇ ਜੀ। ਬਹੁਤ ਬਹੁਤ ਜੀ ਆਇਆਂ ਨੂੰ। ਤੁਸੀਂ ਕੀ ਨਾਮ ਔਰ ਕਿੱਥੋਂ ਬੋਲਦੇ ਜੀ? ਮੈਂ ਨਛੱਤਰ ਸਿੰਘ ਬੋਲ ਰਿਹਾ ਜੀ, ਆਪਣੇ ਪਠਾਨਕੋਟ ਤੋਂ। ਹਾਂਜੀ ਹਾਂਜੀ ਜੀ। ਹਾਂ, ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਝੋਨਾ ਰੱਖਿਆ ਹੈ ਪਰ ਝੋਨਾ ਮੇਰਾ ਵਿਕ ਨਹੀਂ ਰਿਹਾ। ਅੱਛਾ ਜੀ। ਹਾਂਜੀ, ਤੇ ਮੈਂ ਕੀ ਕਰਾਂ ਹੁਣ, ਕਿੱਥੇ ਲੈ ਕੇ ਜਾਵਾਂ? ਉਹ ਕਾਲੇ ਝੋਨੇ ਨੂੰ ਲੈ ਕੇ ਬੜਾ ਪੰਗਾ ਪਿਆ, ਕਾਲਾ ਝੋਨਾ ਵੀ ਹੋਇਆ ਮੇਰਾ। ਹੁਣ ਮੈਂ ਕਿੱਥੇ ਜਾਵਾਂ, ਕਿਵੇਂ ਵੇਚਾਂ? ਦੱਸੋ ਥੋੜਾ ਜਿਹਾ ਮੈਨੂੰ। ਆ ਬੈਠੇ ਨੇ ਜਿਹੜੇ ਨਾਲ ਦੱਸਣ। ਅੱਛਾ ਜੱਸਾ ਜੀ, ਸਾਡੀ ਵੀ ਇਹੀ ਚਿੰਤਾ ਹੈਗੀ ਹੈ ਕਿ ਕਿਉਂ ਪੰਜਾਬ ਦਾ ਕਿਸਾਨ ਹਰ ਵਾਰ ਮੰਡੀਆਂ 'ਚ ਰੁਲਦਾ ਹੈਗਾ। ਤੁਸੀਂ ਇਕੱਲੇ ਕਿਸਾਨ ਨਹੀਂ, ਪੂਰੇ ਪੰਜਾਬ ਭਰ 'ਚ ਹੀ ਖਬਰਾਂ ਆ ਰਹੀਆਂ ਹੈਗੀਆਂ ਕਿ ਜਿਹੜਾ ਕਿਸਾਨ ਆ ਮੰਡੀਆਂ 'ਚ ਰੁਲ ਰਿਹਾ, ਉਹਦਾ ਝੋਨਾ ਨਹੀਂ ਵਿਕ ਰਿਹਾ। ਇਸੇ ਕਰਕੇ ਅੱਜ ਜਿਹੜੇ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਉਹਨਾਂ ਨੂੰ ਅਸੀਂ ਆਪਣੇ ਸਟੂਡੀਓ 'ਚ ਬੁਲਾਇਆ ਹੈਗਾ ਤੇ ਸਾਡੀ ਗੱਲਬਾਤ ਜਾਰੀ ਹੈ। ਉਹੀ ਜੀ ਫਿਰ ਆ ਗਿਆ ਕਿ ਜੱਸਾ ਸਿੰਘ ਬੋਲ ਰਹੇ ਨੇ ਕਿ ਜਿਹੜੀ ਅੱਜ ਸਪੈਸੀਫਿਕੇਸ਼ਨਸ ਨੇ ਉਹਦੇ ਵਿੱਚ ਅਲਾਉਡ ਹੈਗਾ 4% ਤਾਂ ਡੈਮੇਜ ਤੇ ਡਿਸਕਲਰਡ, ਤੇ 4% ਸ਼ੇਵਰਡ ਗ੍ਰੇਨ ਜਿਹੜਾ ਮਾਜੂ ਦਾਣਾ ਕਹਿੰਦੇ ਨੇ, ਦੁੱਧ ਜਿਹਾ ਸੁੱਕ ਗਿਆ, ਉਹਦੇ ਵਿੱਚ ਕੁਝ ਕੱਢਣ ਪਾਉਣ ਨੂੰ ਨਹੀਂ। ਤੇ ਇਹ ਜਿਸ ਤਰ੍ਹਾਂ ਦਾ ਵਾਤਾਵਰਨ ਰਿਹਾ ਪਿਛਲੇ ਦਿਨਾਂ ਵਿੱਚ, ਕਿਸਾਨ ਦਾ ਤਾਂ ਕੋਈ ਦੋਸ਼ ਨਹੀਂ, ਕੁਦਰਤੀ ਆਫਤ ਹੈ। ਤੇ ਉਹਦੇ ਨਾਲ ਜਿਹੜਾ ਡੈਮੇਜ ਡਿਸਕਲਰ ਹੈ ਉਹ ਤਾਂ ਕਈ ਹਾਲਤਾਂ ਵਿੱਚ 15-20% ਤੱਕ ਵੀ ਚਲਾ ਗਿਆ, ਇਹ ਤੋਂ ਵੀ ਉੱਤੇ ਚਲਾ ਗਿਆ। ਕਈ ਤਾਂ ਬਿਲਕੁਲ ਇਹ ਖੇਤਾਂ ਦੇ ਖੇਤ। ਇੱਕ ਹੋਰ ਹੋਇਆ ਇਸ ਵਾਰੀ ਜਿਹੜਾ ਸਰਕਾਰ, ਮੈਨੂੰ ਤਾਂ ਅਫਸੋਸ ਹੈ ਖੇਤੀਬਾੜੀ ਮਹਿਕਮਾ ਵੀ ਤਨਖਾਹ ਲੈਣ ਤੋਂ ਬਿਨਾਂ ਕੁਝ ਨਹੀਂ ਕਰਦਾ। ਬਿਲਕੁਲ ਜੀ। ਔਰ ਕਿਸੇ ਨੇ ਨਾ ਤਾਂ ਕਿਸੇ ਨੂੰ ਪ੍ਰੋਪਰਲੀ ਗਾਈਡ ਕੀਤਾ ਵੀ ਆਹ ਵੀ ਜਿਹੜਾ ਸਾਡੀ ਧਰਤੀ ਦੇ ਮੁਤਾਬਕ, ਸਾਡੇ ਕਲਾਈਮੇਟ ਦੇ ਮੁਤਾਬਕ ਸੂਟ ਨਹੀਂ ਕਰਦਾ, ਔਰ ਬਾਹਰੋਂ ਲਿਆ ਕੇ ਬੀਜ ਜਿਹੜੇ ਨੇ ਇੱਥੇ ਦੇ ਡੀਲਰ ਉਹ ਵੇਚੀ ਜਾਂਦੇ ਨੇ ਕਿਸਾਨਾਂ ਨੂੰ। ਇਹ 50-60 ਦਿਨਾਂ 'ਚ ਹੋ ਜੂ ਜੀ, ਇਹਦਾ ਝਾੜ ਇੰਨਾ ਜੀ, ਐਵੇਂ ਸਬਜ਼ ਬਾਗ ਦਿਖਾ ਕੇ ਫਸਾਈ ਜਾਂਦੇ ਨੇ। ਸਾਡੀ ਧਰਤੀ ਦੀ ਵੀ ਸਿਹਤ ਖਰਾਬ ਹੋ ਗਈ, ਉਹਦੇ ਨਾਲ ਕੁਆਲਿਟੀ ਅੱਛੀ ਪੈਦਾ ਨਹੀਂ ਹੋ ਰਹੀ। ਹੁਣ 4% ਡੈਮੇਜ ਡਿਸਕਲਰ ਨਾਲ ਝੋਨਾ ਖਰੀਦਿਆ ਹੀ ਨਹੀਂ ਜਾ ਸਕਦਾ ਜਿੰਨੀ ਦੇਰ ਤੱਕ ਇਹ ਰਿਲੈਕਸੇਸ਼ਨ ਨਾ ਹੋਏ। ਮੈਂ ਜਦੋਂ ਚੀਫ ਮਿਨਿਸਟਰ ਨੂੰ ਲਿਖ ਕੇ ਦਿੱਤਾ, ਉਦੋਂ ਮੈਂ ਉਹਨਾਂ ਨੂੰ ਕਿਹਾ ਜੀ ਵੀ ਇਸ ਵਾਰੀ 2001 ਵਾਲੀ ਸਥਿਤੀ ਪੈਦਾ ਹੋਣ ਵਾਲੀ ਹੈ। 2001 ਦੀ ਯਾਦ ਕਰੋ, ਉਦੋਂ ਜਦੋਂ ਐਨ ਮੰਡੀਆਂ ਭਰੀਆਂ ਸੀ, ਉਦੋਂ ਇੰਨੀ ਜ਼ਬਰਦਸਤ ਬਾਰਿਸ਼ ਹੋਈ ਸੀ, ਲੱਖਾਂ ਟਨ ਝੋਨਾ ਪਿਆ ਸੀ ਮੰਡੀਆਂ ਦੇ ਵਿੱਚ, ਉਹ ਸਾਰੇ ਦਾ ਸਾਰਾ ਬਰਬਾਦ ਹੋ ਗਿਆ ਸੀ। ਉਦੋਂ ਕੇਂਦਰ ਸਰਕਾਰ ਤੋਂ ਰਿਲੈਕਸੇਸ਼ਨ ਲਈ ਸੀ ਔਰ ਝੋਨਾ ਚੱਕਿਆ ਗਿਆ ਸੀ। ਹੁਣ ਫਿਰ ਉਹੀ ਹਾਲ ਹੈ, ਹੋ ਗਿਆ ਉਹੀ। ਔਰ 2-4 ਦਿਨਾਂ ਦੇ ਵਿੱਚ ਮੰਡੀਆਂ ਦੇ ਵਿੱਚ ਥਾਂ ਨਹੀਂ ਰਹਿਣੀ। ਉਹੀ ਜੱਸਾ ਸਿੰਘ ਦੀ ਜਿਹੜੀ ਚਿੰਤਾ ਹੈਗੀ ਕਿ ਉਹ ਕੀ ਕਰਨ ਜੀ, ਸਿਰ ਬਾਕੀ ਕਿਸਾਨ ਕੀ ਕਰਨ ਹੈਗੇ ਸਰ? ਜਿੰਨੀ ਦੇਰ ਰਿਲੈਕਸੇਸ਼ਨ ਨਹੀਂ ਮਿਲਦੀ ਕੋਈ ਵੇ ਆਊਟ ਨਹੀਂ, ਕਿਉਂਕਿ ਅਨਾਜ ਹੈ, ਅਨਾਜ ਖਰੀਦਣਾ ਹੈ ਭਾਰਤ ਸਰਕਾਰ ਨੇ, ਸਟੇਟ ਏਜੰਸੀਆਂ ਇਹ ਤਾਂ ਹੈਂਡਲਿੰਗ ਚਾਰजेस ਮਿਲਦੇ ਆ ਇਹਨਾਂ ਨੂੰ। ਇਹ ਇੱਕ ਤਾਂ ਬਦਕਿਸਮਤੀ ਹੈ ਵੀ ਉੱਦਾਂ ਕਹਿਣ ਨੂੰ ਐਗਰੀਕਲਚਰ ਜਿਹੜਾ ਇਹ ਸਟੇਟ ਸਬਜੈਕਟ ਹੈ,
ਸਟੇਟ ਦੇ ਹੱਥ 'ਚ ਕੁਝ ਨਹੀਂ, ਕੁਛ ਨਹੀਂ ਹੈਗਾ ਜੀ। ਨਾ ਤਾਂ ਉਹ ਭਾਵੇਂ ਕਿਉਂਕਿ ਕਮਾਲ, ਤੁਸੀਂ ਭੁੱਲਰ ਸਾਹਿਬ ਹੈਰਾਨ ਹੋਵੋਗੇ ਵੀ ਜੇ ਤੁਸੀਂ ਦੇਖੋ ਨਾ ਇਹਨੂੰ ਬਾਰੀਕੀ ਨਾਲ ਘੋਖੋ, ਜਿਹੜਾ ਇਸ ਵਾਰੀ ਕਾਸਟ ਕੈਲਕੂਲੇਸ਼ਨਸ ਨੇ ਇਹ ਅਗਲੇ ਸਾਲ ਦੇ ਝੋਨੇ ਦੇ ਉੱਤੇ ਇਹਨਾਂ ਨੇ ਹਿਸਾਬ 'ਚ ਲੈਣੀਆਂ ਨੇ। ਅੱਛਾ ਜੀ। ਪਿਛਲੇ ਸਾਲ ਦੀਆਂ ਕਾਸਟ ਕੈਲਕੂਲੇਸ਼ਨਸ ਤੇ ਬੇਸਡ ਭਾਅ ਹੁਣ ਇਸ ਵਾਰੀ ਇਹਨਾਂ ਨੇ ਮਿਥਿਆ, ਉਹਦੇ ਵਿੱਚ ਇੰਨਾ ਘਪਲਾ ਹੈ ਕਿ ਜਿਹੜੇ ਇਹਨਾਂ ਨੇ ਨਿਊਮਰੇਟਰ ਰੱਖੇ ਹੋਏ ਨੇ ਉਹ ਕੋਈ ਜਾਂਦਾ ਨਹੀਂ ਫੀਲਡ ਵਿੱਚ ਬਹਿ ਕੇ 2 ਦਿਨਾਂ ਵਿੱਚ ਭਰ ਕੇ ਸਾਰੇ ਖਰਚੇ CSCP ਨੂੰ ਭੇਜ ਦਿੰਦੇ ਨੇ। ਔਰ ਮੈਂ ਸਮਝਦਾ ਵੀ ਜਿੰਨੀ ਦੇਰ ਤੱਕ ਸਾਰਾ ਸਿਸਟਮ ਠੀਕ ਨਹੀਂ ਹੁੰਦਾ 1345 ਰੁਪਏ ਦੇ ਭਾਅ 'ਚ ਕਿਸਾਨ ਨੂੰ ਤਾਂ ਕੁਝ ਮਿਲਦਾ ਹੀ ਨਹੀਂ। ਜ਼ਮੀਨ ਦਾ ਠੇਕਾ ਪੰਜਾਬ ਵਿੱਚ ਕਿਤੇ ਵੀ 35-40 ਹਜ਼ਾਰ ਤੋਂ ਘੱਟ ਨਹੀਂ ਹੈਗਾ, ਇਹ 13,000 ਗਿਣਦੇ ਨੇ ਜੀ। ਇਹਦੇ ਵਿੱਚ 400-500 ਰੁਪਏ ਕੁਇੰਟਲ ਦਾ ਰਗੜਾ ਫਿਰ ਗਿਆ। ਤੇ ਅੱਜ 2/3 ਤੋਂ ਵੱਧ 70-72% ਕਿਸਾਨ ਐਸੇ ਨੇ ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਦੀ ਮਾਲਕੀ ਹੈ। ਅੱਛਾ, ਆਪਾਂ ਗੱਲ ਕਰ ਰਹੇ ਸੀ ਜਿਹੜੀ ਕਮਿਸ਼ਨ ਬਣਾਇਆ ਗਿਆ, ਕਮਿਸ਼ਨ ਦੀ ਤੁਸੀਂ ਦੱਸਿਆ ਕਿ ਉਹਨਾਂ ਦੀ ਕੀ ਲਿਮਿਟੇਸ਼ਨ, ਕੀ ਪਾਵਰਾਂ ਕੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ 'ਚ ਇੱਕ ਕਮੇਟੀ ਬਣਾਈ ਹੈਗੀ ਸੀ, ਉਸ ਕਮੇਟੀ ਕੋਈ ਸਿਰੇ ਪਹੁੰਚੀ ਹੈਗੀ, ਕੋਈ ਉਹਨੇ ਰਿਪੋਰਟ ਦਿੱਤੀ ਹੈਗੀ ਜੀ? ਉਹਨਾਂ ਨੇ ਰਿਪੋਰਟ ਦਿੱਤੀ, ਬਸ ਉਹ ਅਲਮਾਰੀਆਂ ਦਾ ਸ਼ਿੰਗਾਰ ਹੈ। ਉਸ ਕਮੇਟੀ ਦੀ ਰਿਪੋਰਟ 'ਚ ਕੁਛ ਨਾ ਨਿਕਲਿਆ, ਨਾ ਉਹਨੂੰ ਕਿਸੇ ਨੇ ਹਵਾ ਲੱਗਣ ਦਿੱਤੀ ਹੈ। ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਸੀ, ਹਰਿਆਣੇ ਦੇ ਮੁੱਖ ਮੰਤਰੀ ਵੀ ਸੀ, ਬਿਹਾਰ ਦੇ ਵੀ ਸੀ, ਉੜੀਸਾ ਦੇ ਵੀ ਸੀ, 5-6 ਸਟੇਟਾਂ ਦੇ ਮੁੱਖ ਮੰਤਰੀ ਸੀ। ਪਤਾ ਨਹੀਂ ਉਹਨਾਂ ਨੇ ਕੀ ਕੀਤਾ ਹੈ। ਉਹ ਕਮੇਟੀ 4 ਦਿਨ ਚਰਚਾ 'ਚ ਰਹੀ, ਕੱਢਣ ਪਾਉਣ ਨੂੰ ਉਹਦੇ 'ਚ ਕੁਛ ਨਹੀਂ ਨਿਕਲਿਆ। ਰਾਜੂ ਸਾਹਿਬ, ਆਪਾਂ ਗੱਲ ਕਰ ਰਹੇ ਸੀ ਉਹ ਕਮੇਟੀ ਬਣਾਈ ਸੀ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਨੇ, ਉਹਦੇ 'ਚ ਬਾਦਲ ਸਾਹਿਬ ਵੀ ਕਿਸਾਨ, ਹੁੱਡਾ ਸਾਹਿਬ ਵੀ ਕਿਸਾਨ, ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਜੀ ਉਹ ਵੀ ਕਿਸਾਨ ਹੈ। ਫਿਰ ਕਿਹੜੀਆਂ ਜਿਹੜੀਆਂ ਕਿਸਾਨ ਵਿਰੋਧੀ ਤਾਕਤਾਂ ਹੈਗੀਆਂ ਨੇ ਕਿ ਜਿਹੜੇ ਕਿਸਾਨਾਂ ਦਾ ਭਲਾ ਨਹੀਂ ਚਾਹੁੰਦੀਆਂ ਹੈਗੀਆਂ? ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ, ਸਾਨੂੰ ਇਹ ਲੱਗਦੇ ਨੇ ਵੀ ਸਾਰੇ ਕਿਸਾਨ ਨੇ, ਗੱਲ ਵੀ ਦਮ ਵੀ ਭਰਦੇ ਨੇ ਕਿਸਾਨੀ ਦਾ, ਜਦੋਂ ਸਟੇਜ ਤੇ ਜਾਂਦੇ ਨੇ ਬੜੀਆਂ ਗੱਲਾਂ ਸਾਰੇ ਹੀ ਕਰਦੇ ਨੇ। ਬਿਲਕੁਲ। ਤੁਸੀਂ ਪਾਰਲੀਮੈਂਟ ਦੀ ਬਣਤਰ ਦੇਖੋ, ਉੱਥੇ ਜਿੰਨੇ ਲੋਕ ਪਾਰਲੀਮੈਂਟ 'ਚ ਮੈਂਬਰ ਨੇ ਉਹਨਾਂ ਦੇ ਵਿੱਚੋਂ 2/3 ਜਿਹੜੇ ਨੇ, 2/3 ਤੋਂ ਵੀ ਵੱਧ ਕਿਸਾਨ ਨੇ। ਪਰ ਜਦੋਂ ਕਿਸਾਨ ਦੀ ਗੱਲ ਆਉਂਦੀ ਹੈ ਕੋਈ ਮੂੰਹ ਨਹੀਂ ਖੋਲ੍ਹਦਾ। ਇਹਨਾਂ ਦਾ ਧੰਦਾ ਅਸਲ ਵਿੱਚ ਪੋਲੀਟਿਕਸ ਹੈ। ਅੱਛਾ ਜੀ। ਰਾਜਨੀਤੀ ਇੱਕ ਧੰਦਾ ਹੈ। ਉਹਨਾਂ ਨੂੰ ਇਨਕਮ ਉੱਥੋਂ ਹੁੰਦੀ ਹੈ, ਉਹਦੀ ਚਿੰਤਾ ਜ਼ਿਆਦਾ ਹੈ। ਜਿਹੜੀ ਤੁਹਾਡੀ ਖੇਤੀ ਦੀ ਇਨਕਮ ਹੈ ਇਹ ਤਾਂ ਉਹਨਾਂ ਦਾ ਸਾਈਡ ਬਿਜ਼ਨਸ ਹੈ। ਉਹ ਤਾਂ ਐਵੇਂ ਆਪਣੇ ਆਪ ਨੂੰ ਕਿਸਾਨ ਕਹਿਣ ਨੂੰ ਰੱਖਿਆ ਹੋਇਆ। ਹੁਣ ਜਿਹੜਾ ਕਿਸਾਨ ਦੇ ਘਰ ਜੰਮ ਪਿਆ ਉਹ ਆਪਣੇ ਆਪ ਨੂੰ ਕਿਸਾਨ ਤਾਂ ਕਹਾਉਣਾ ਕਦੇ ਹਟਦਾ ਨਹੀਂ, ਉਹਦੀਆਂ ਪੁਸ਼ਤਾਂ ਵੀ ਗਾਂ ਇਹੀ ਕਹਾਉਣਗੀਆਂ। ਪਰ ਉਹ ਫਿਰ ਉਧਰੋਂ ਨਿਕਲ ਕੇ ਹੋਰਾਂ ਧੰਦਿਆਂ 'ਚ ਕਿਉਂ ਪੈਂਦੇ ਨੇ? ਕਿਉਂਕਿ ਇਹ ਘਾਟੇ ਦਾ ਧੰਦਾ ਹੈ। ਇਸ ਕਰਕੇ ਸਾਨੂੰ ਇਹ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ ਵੀ ਇਹ ਜਿਹੜੇ ਕਿਸਾਨ ਅਖਵਾਉਂਦੇ ਨੇ। ਮੈਨੂੰ ਪੰਜਾਬ ਦੀ ਅਸੈਂਬਲੀ ਦੇ ਵਿੱਚ ਦੇਖ ਲਓ ਕਿੰਨੇ MLA ਨੇ। ਬਿਲਕੁਲ। ਕਿਸੇ ਦੀ ਗ੍ਰਿਪ ਹੈ ਕਿਸਾਨ ਦੇ ਮਸਲੇ ਤੇ, ਕਿਸੇ ਨੂੰ ਚਿੰਤਾ ਹੈ ਕਿਸਾਨ ਦੇ ਮਸਲੇ ਦੀ। ਕੋਈ MLA ਨਹੀਂ ਜਾਂਦਾ, ਚਾਹੇ ਕਾਂਗਰਸ ਦਾ, ਚਾਹੇ ਅਕਾਲੀਆਂ ਦਾ, ਚਾਹੇ BJP ਦਾ, ਕੋਈ ਮੰਡੀਆਂ 'ਚ ਜਾ ਕੇ ਇਸ ਵੇਲੇ ਸਾਰ ਲੈਣ ਨੂੰ ਤਿਆਰ ਨਹੀਂ ਹੈ। ਤਾਂ ਸਾਰੇ ਕਿਸਾਨਾਂ ਦੇ ਪੁੱਤ ਕਹਾਉਣ ਨੂੰ। ਬਿਲਕੁਲ ਬਿਲਕੁਲ। ਤਾਂ ਉਹਨਾਂ ਦਾ ਬੁਨਿਆਦੀ ਤੌਰ ਤੇ ਜਿਹੜਾ ਧੰਦਾ ਹੈ ਉਹ ਪੋਲੀਟਿਕਸ ਹੈ। ਉਹਨਾਂ ਦੀ ਇਨਕਮ ਜਿਹੜੀ ਹੈ ਮੇਨ ਉਹ ਪੋਲੀਟਿਕਸ ਵਿੱਚ ਆਉਂਦੀ ਹੈ। ਇਸ ਕਰਕੇ ਕਿਸਾਨੀ ਦੀ ਪ੍ਰਵਾਹ ਕਿਉਂ ਕਰਨ? ਦੂਸਰੇ ਪਾਸੇ ਕਿਸਾਨੀ ਕਿਹੜਾ ਸਿਆਣੀ ਹੈ? ਕਿਸਾਨੀ 68% ਪਿੰਡਾਂ ਵਿੱਚ ਵਸਣ ਵਾਲੇ ਕਿਸਾਨ ਅੰਡਰ ਮੈਟ੍ਰਿਕ ਨੇ। ਗਿਆਨ ਤੋਂ ਬਗੈਰ ਮਨੁੱਖ ਅੱਗੇ ਨਹੀਂ ਵੱਧ ਸਕਦਾ। ਗਿਆਨ ਉਹਨਾਂ ਦੇ ਪੱਲੇ ਨਹੀਂ, ਗਿਆਨ ਇਹਨਾਂ ਨੇ ਖੋਹ ਲਿਆ, ਉਹਦੀ ਕੁਆਲਿਟੀ ਨਹੀਂ, ਤੇ ਨਾ ਇਕਨੋਮੀ ਰਹਿਣ ਦਿੱਤੀ। ਇਕਨੋਮੀ ਦੇ ਨਾਲ ਉਹਨੇ ਆਪਣੀਆਂ ਰੋਜ਼ ਦੀਆਂ ਲੋੜਾਂ ਪੂਰੀਆਂ ਕਰਨੀਆਂ। ਉਹ ਭੱਜਾ ਫਿਰਦਾ ਰੋਜ਼ ਉਲਝਿਆ ਆਪਣੇ ਘਰੇਲੂ ਕੰਮਾਂ ਦੇ ਵਿੱਚ ਹੀ। ਕਦੇ ਮੇਰੀ ਆਹ ਜ਼ਿੰਮੇਵਾਰੀ ਹੈ, ਬੱਚੇ ਦੀ ਫੀਸ ਦੇਣੀ ਹੈ, ਪਰ ਘਰ ਦਾ ਮੈਂਬਰ ਬਿਮਾਰ ਹੋ ਗਿਆ, ਕਿੱਥੋਂ ਪੈਸੇ ਲਿਆਵਾਂ? ਉਹ ਤਾਂ ਕਮਲਾ ਹੋਇਆ ਫਿਰਦਾ। ਤੇ ਜਿਨ੍ਹਾਂ ਨੂੰ ਗਿਆਨ ਆ ਗਿਆ ਉਹ ਖੇਤੀ ਛੱਡ ਰਹੇ ਨੇ। ਉਹ ਖੇਤੀ ਛੱਡ ਰਹੇ ਨੇ। ਜਿਨ੍ਹਾਂ ਨੂੰ ਗਿਆਨ ਆ ਗਿਆ ਉਹ ਸ਼ਹਿਰਾਂ 'ਚ ਨੂੰ ਭੱਜ ਰਹੇ ਨੇ, ਖੇਤੀ ਛੱਡ ਕੇ ਕਿਸੇ ਕੋਈ ਨਾ ਕੋਈ ਧੰਦਾ ਹੋਰ ਅਡਾਪਟ ਕਰੀ ਜਾ ਰਹੇ ਨੇ। ਜਿਨ੍ਹਾਂ ਦੇ ਪੱਲੇ ਗਿਆਨ ਨਹੀਂ ਉਹ ਵਿਚਾਰੇ ਉੱਥੇ ਧੱਕੇ ਖਾਈ ਜਾਂਦੇ ਨੇ। ਇਹਨਾਂ ਨੂੰ ਪਤਾ ਵੀ ਉਹਨਾਂ ਦੀ ਗਿਣਤੀ ਬਹੁਤ ਵੱਡੀ ਹੈ, ਉਹਨਾਂ ਨੇ ਪੈਦਾ ਕਰੀ ਜਾਣਾ। ਜੇ ਹੁਣ ਨਾ ਇਹ ਤੋਂ ਨਿਕਲਣਾ, ਉਹਨਾਂ ਨੇ ਆਪਣੀ ਕਿਸਮਤ ਨੂੰ ਕੋਸੀ ਜਾਣਾ। ਇਹ ਤਾਂ ਨਹੀਂ ਦੇਖਣਾ ਵੀ ਸਰਕਾਰ ਦੀ ਪਾਲਿਸੀ ਨੇ ਰਗੜਾ ਫੇਰਿਆ, ਉਹਨਾਂ ਨੇ ਜਾ ਕੇ ਫੇਰ ਖੇਤ 'ਚ ਵੜ ਜਾਣਾ। ਇਹਨਾਂ ਦਾ ਕੰਮ ਬਣਿਆ। ਅੱਛਾ, ਗੱਲ ਕੀ ਜਿਹੜੀ ਸਰਕਾਰਾਂ ਹੈਗੀਆਂ ਨੇ ਜਾਂ ਸੂਬਾ ਸਰਕਾਰ ਜਿਹੜੀਆਂ ਸੈਂਟਰ ਸਰਕਾਰਾਂ, ਉਹ ਕਿਸਾਨਾਂ ਦਾ ਦਰਦ ਕਿਉਂ ਨਹੀਂ ਸਮਝੇ ਹੈਗੇ? ਸਾਰਾ ਜ਼ੋਰ ਇੰਡਸਟਰੀ ਤੇ, ਕਿ ਇੰਡਸਟਰੀ ਜੇ ਹੈਗੀ ਆ ਤੇ ਦੇਸ਼ ਦਾ ਵਿਕਾਸ ਹੈਗਾ। ਸਾਡੀ ਮੇਰੇ ਖਿਆਲ ਜਿਹੜੀ, ਸ਼ਾਇਦ ਮੈਂ ਗਲਤ ਹੋਵਾਂ, ਕਿ ਜਿਹੜੀ ਖੇਤੀਬਾੜੀ ਗਰੋਥ ਹੈਗੀ ਉਹ 2% ਦੇ ਨੇੜੇ ਤੇੜੇ ਹੈਗੀ ਜੀ। ਨਹੀਂ, 2 ਤੋਂ ਘਟ ਗਈ। ਅੱਛਾ, ਸਾਡਾ ਗਰੋਥ ਰੇਟ ਬਹੁਤ ਬੁਰੀ ਤਰ੍ਹਾਂ ਘਟਿਆ ਖੇਤੀ ਦਾ। ਇਹ ਬਦਕਿਸਮਤੀ ਕਹਿ ਲਓ। ਮੈਂ ਤਾਂ ਸਮਝਦਾ ਵੀ ਦੁਨੀਆ ਵਿੱਚ ਜਿਹੜੇ ਦੇਸ਼ਾਂ 'ਚ ਥਾਣੇਦਾਰੀ ਚੱਲਦੀ ਹੈ ਨਾ ਅਮਰੀਕਾ ਦੀ, ਬਿਲਕੁਲ, ਉਹ ਸਾਰੇ ਮੁਲਕ ਅੱਜ ਡੁੱਬੇ ਹੋਏ ਨੇ। ਉੱਥੇ ਕੰਮ ਕਰਨ ਵਾਲੇ ਨੂੰ ਕਿਤੇ ਕੁਝ ਨਹੀਂ ਲੱਭਦਾ। ਇਕਨੋਮੀ ਸਾਡਾ ਉਹਦਾ ਕਹਿਣ ਨੂੰ ਤਾਂ ਹੈਗਾ ਸੋਸ਼ਲਿਸਟਿਕ ਪੈਟਰਨ ਸਾਡੇ ਦੇਸ਼ ਦਾ। ਬਿਲਕੁਲ। ਜਿਹੜੇ ਵਿਧਾਨ ਲਿਖਣ ਵਾਲੇ ਸੀ, ਜਿਨ੍ਹਾਂ ਨੇ ਦੇਸ਼ ਆਜ਼ਾਦੀ 'ਚ ਜਿਨ੍ਹਾਂ ਦਾ ਕੁਝ ਯੋਗਦਾਨ ਸੀ, ਉਹਨਾਂ ਨੇ ਸੋਚਿਆ ਸੀ ਵੀ ਇਕਨੋਮੀ ਉੱਪਰੋਂ ਰਿਸ ਕੇ ਹੇਠਾਂ ਲੋਕਾਂ ਤੱਕ ਜਾਏਗੀ। ਪਰ ਅੱਜ ਦੇ ਸਰਮਾਏਦਾਰਾਂ ਨੇ ਉੱਤੇ ਉਹਨੂੰ ਲੈਂਟਰ ਲਾਤਾ, ਹੇਠਾਂ ਆਉਂਦੀ ਨਹੀਂ, ਉੱਪਰੇ ਪੈਸਾ ਇਕੱਠਾ ਹੋਈ ਜਾ ਰਿਹਾ। ਆਮ ਆਦਮੀ ਜਿਹੜਾ ਸਖਤ ਮਿਹਨਤ ਕਰਦਾ ਹੈ, ਖੇਤ 'ਚ ਕਰਦਾ ਹੈ ਜਾਂ ਮਜ਼ਦੂਰੀ ਕਰਦਾ ਹੈ, ਉਹ ਤਾਂ ਭੁੱਖਾ ਮਰਦਾ ਹੈ। ਉਹ ਤਾਂ ਰੋਜ਼ 2-4 ਹੁੰਦਾ ਰੋਟੀ ਕਮਾਉਣ ਵਾਸਤੇ।
ਉਹਨੂੰ ਰੋਟੀ ਫੇਰ ਵੀ ਨਹੀਂ ਜੁੜਦੀ। ਜਿਹੜਾ 에ਅਰ ਕੰਡੀਸ਼ਨ ਕਮਰਿਆਂ 'ਚ ਬੈਠਾ ਹੈ, ਜਿਹੜਾ ਦਿਮਾਗੀ ਕਸਰਤ ਕਰਦਾ ਹੈ, ਜਿਹਦਾ ਕਿਤੇ ਹੱਥ ਪੈ ਗਿਆ, ਉਹਦੇ ਕੋਲ ਨੂੰ ਮਾਇਆ ਧੱਕੇ ਮਾਰ ਕੇ ਜਾ ਰਹੀ ਹੈ। ਕੁਛ ਇੱਕ ਛੋਟਾ ਜਿਹਾ ਹਿੱਸਾ ਸੁਸਾਇਟੀ ਦਾ ਅਮੀਰ ਹੋ ਰਿਹਾ ਹੈ। ਸਾਰੇ ਜਿੰਨੇ ਵੀ ਮੀਡੀਆ, ਜਿੰਨੇ ਲੋਕ ਇਹਦੇ ਤੇ ਸੋਚਣ ਵਾਲੇ ਨੇ, ਉਹ ਉਸੇ ਨੂੰ ਦੇਸ਼ ਦੀ ਗਰੋਥ ਕਹੀ ਜਾਂਦੇ ਨੇ। ਜਿਹੜੇ ਲੋਕ ਖੇਤੀ 'ਚੋਂ ਰੋਟੀ ਕਮਾਉਂਦੇ ਨੇ, ਸਾਡੀ ਬੇਸਿਕਲੀ ਇਕਨੋਮੀ ਐਗਰੀਕਲਚਰ ਬੇਸਡ ਹੈ ਨਾ, ਬਿਲਕੁਲ ਜੀ। ਖੇਤੀ 'ਚੋਂ ਰੋਟੀ ਕਮਾਉਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਹੈ, ਪਰ ਉਹਨਾਂ ਦਾ ਦੇਸ਼ ਦੇ ਜਿਹੜੇ ਕੁਦਰਤੀ ਸਾਧਨ ਨੇ ਉਹਨਾਂ 'ਚ ਹਿੱਸਾ ਸਾਡੇ ਪੋਲੀਟੀਸ਼ੀਅਨ ਨੇ, ਸਾਡੇ ਬਿਊਰੋਕਰੇਟ ਨੇ ਖਤਮ ਕਰਤਾ। ਇਸੇ ਕਰਕੇ ਗਰੀਬੀ ਹੈ, ਇਸੇ ਕਰਕੇ ਉਹ ਮੁਸੀਬਤਾਂ ਦੇ ਵਿੱਚ ਫਸਿਆ। ਕੀ ਰਾਜਵਲ ਸਾਹਿਬ ਕਿ ਕਿਸਾਨ ਜਿਹੜੀਆਂ ਜਥੇਬੰਦੀਆਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਉਹਨਾਂ ਦੀ ਆਵਾਜ਼ 'ਚ ਦਮ ਨਹੀਂ ਰਹਿ ਗਿਆ ਕਿ ਜਾਂ ਸਰਕਾਰਾਂ ਗੂੰਗੀਆਂ ਬੋਲੀਆਂ ਤੇ ਖਚਰੀਆਂ ਨੇ? ਨਹੀਂ, ਬਹੁਤ ਕੁਛ ਹੈ ਇਸ ਤਰ੍ਹਾਂ। ਮੈਂ ਇੱਕ ਫੈਕਟਰ ਜਿਹੜਾ ਸੀ ਉਹ ਰਹਿ ਗਿਆ ਸੀ, ਸੱਭਿਆਚਾਰ ਤੇ ਵੀ ਸਾਡੇ ਤੇ ਹਮਲਾ ਹੋਇਆ। ਸਾਡੇ ਸਾਂਝੇ ਪਰਿਵਾਰ ਹੁੰਦੇ ਸੀ, ਉਹ ਟੁੱਟ ਗਏ, ਔਰ ਅਸੀਂ ਪੈਸੇ ਦੇ ਪਿੱਛੇ ਨੱਚਣ ਲੱਗ ਪਏ। ਪੈਸਾ ਗੁਰੂ ਹੋ ਗਿਆ, ਰਿਸ਼ਤੇ ਵੀ ਟੁੱਟ ਗਏ। ਇਸੇ ਤਰ੍ਹਾਂ ਜਥੇਬੰਦੀਆਂ ਵੀ ਟੁੱਟੀਆਂ। ਬਿਲਕੁਲ, ਜਥੇਬੰਦੀਆਂ ਕੋਈ ਤਾਂ ਪੋਲੀਟੀਕਲ ਜਥੇਬੰਦੀਆਂ ਨੇ, ਕੋਈ ਕਮਿਊਨਿਸਟ ਸੋਚ ਵਾਲੀਆਂ ਕਹਿੰਦੀਆਂ ਨੇ ਵੀ ਅਸੀਂ ਕਮਿਊਨਿਸਟ ਹਾਂ, ਉਹ ਕਹਿੰਦੇ ਨੇ ਲਾਠੀ ਨਾਲ ਡਾਂਗ ਨਾਲ ਲੜਾਈ ਲੜੀ ਜਾ ਸਕਦੀ ਹੈ। ਕੁਝ ਜਥੇਬੰਦੀਆਂ ਆਪਣੀ ਲੀਡਰਸ਼ਿਪ ਦੀ ਹਉਮੈ ਨੂੰ ਪੱਠੇ ਪਾਉਂਦੀਆਂ। ਇੱਕ ਤਾਂ ਇਹ ਵੀ ਫੈਕਟਰ ਹੈ। ਦੂਜਾ ਇੱਕ ਫੈਕਟਰ ਬਹੁਤ ਵੱਡਾ, ਜਿਹੜਾ ਮੈਂ ਸਮਝਦਾ ਬਹੁਤ ਵੱਡਾ ਨੁਕਸਾਨ ਹੈ, ਸਾਊਥ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਦੀ ਬੋਲੀ ਹੋਰ ਹੈ, ਉਹਨਾਂ ਦੀ ਕਲਚਰ ਹੋਰ ਹੈ, ਨਾਰਥ ਵਾਲਿਆਂ ਦੀ ਹੋਰ ਹੈ। ਸਾਡੀ ਗੱਲ ਉੱਥੇ ਨਹੀਂ ਜਾਂਦੀ, ਉਹਨਾਂ ਦੀ ਗੱਲ ਇੱਥੇ ਨਹੀਂ ਜਾਂਦੀ। ਫਿਰ ਇੰਨਾ ਡਾਈਵਰਸ ਹੈ ਇਹ ਦੇਸ਼, ਤੇ ਇਕੱਠੇ ਹੋ ਕੇ ਸਾਰਿਆਂ ਨੂੰ ਇੱਕ ਜਗ੍ਹਾ ਇਕੱਠ ਕਰਕੇ ਆਪਣੀ ਤਾਕਤ ਦਿਖਾਉਣਾ, ਸਾਡੇ ਕੋਲ ਇੰਨਾ ਪੈਸਾ ਨਹੀਂ, ਸਾਧਨ ਨਹੀਂ। ਇਹਨਾਂ ਦੇ ਤਾਂ ਹੁਣ ਕਿਤੇ ਇਕੱਠ ਕਰਨਾ, ਸਾਰੀਆਂ ਬੱਸਾਂ ਫੜ ਲੈਣਗੇ, ਪ੍ਰਾਈਵੇਟ ਬੱਸਾਂ ਫੜ ਕੇ ਢੋ ਦੇਣਗੇ ਲੋਕਾਂ ਨੂੰ, ਸ਼ਾਮ ਨੂੰ ਸ਼ਰਾਬ ਦਾ ਪ੍ਰਬੰਧ ਕਰ ਦੇਣਗੇ, ਤੇ ਉਹਨਾਂ ਨੂੰ ਰੋਟੀ ਵੀ ਵਧੀਆ ਖਵਾ ਦੇਣਗੇ, ਤੇ ਉਹ ਲੋਕ ਕਹਿਣਗੇ ਅਸੀਂ ਮੇਲਾ ਦੇਖਿਆ। ਹੁਣ ਇਹ ਕਹਿਣਗੇ ਵੀ ਪੋਲੀਟੀਕਲੀ ਸਾਡਾ ਬੜਾ ਵੱਡਾ ਇਕੱਠ ਹੋ ਗਿਆ। ਪਰ ਜੇ ਕਿਸਾਨਾਂ ਨੇ ਇਕੱਠ ਕਰਨਾ, ਕਿਸਾਨ ਜਥੇਬੰਦੀਆਂ ਦੇ ਪੱਲੇ ਕੀ ਹੈ ਜੀ? ਹਾਂ, ਊਂਝਾਂ ਜ਼ਰੂਰ ਲਾ ਦੇਣਗੇ, ਕਿਸੇ ਨੇ ਤੁਰਨਾ ਹੈ ਨਹੀਂ। ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਖੜੀ ਹੋ ਗਈ। ਕਿਸਾਨ ਜਥੇਬੰਦੀਆਂ ਦੀ ਸੋਚ 'ਚ ਨਹੀਂ ਕੋਈ ਫਰਕ। ਮੈਨੂੰ ਲੱਗਦਾ ਵੀ ਕੁਛ ਤਾਂ ਲੋਕਾਂ 'ਚ ਜਿਹੜਾ ਕਲਚਰਲ ਅਟੈਕ ਹੋਇਆ, ਸਾਡੀ ਕਲਚਰ ਬਰਬਾਦ ਕੀਤੀ ਗਈ, ਉਹ ਤੋੜੀ ਗਈ। ਸਾਡਾ ਆਪਸ 'ਚ ਮਿਲ ਬੈਠ ਕੇ ਫੈਸਲੇ ਲੈਣ ਦਾ, ਪਰਿਵਾਰ ਤੋਂ ਲੈ ਕੇ ਉੱਪਰ ਤੱਕ ਸਭ ਟੁੱਟ ਗਿਆ। ਤੇ ਜਿਹੜਾ ਕਿਸਾਨਾਂ ਦਾ ਜਿਹੜਾ ਏਕਾ ਨਹੀਂ ਹੈਗਾ, ਇਹਦਾ ਮਤਲਬ ਕਿ ਜਿਹੜੀਆਂ ਸਰਕਾਰਾਂ ਉਹੀ ਨਜਾਇਜ਼ ਫਾਇਦਾ ਉਠਾ ਰਹੀਆਂ ਹੈਗੀਆਂ? ਪੋਲੀਟੀਕਲ ਪਾਰਟੀਆਂ ਸਾਰੀਆਂ ਨਜਾਇਜ਼ ਫਾਇਦਾ ਉਠਾਉਂਦੀਆਂ। ਹਰੇਕ ਪਾਰਟੀ ਨੂੰ ਆਪਣੀ ਰਾਜਨੀਤੀ ਚਲਾਉਣ ਲਈ ਲੋਕਾਂ ਦੀ ਲੋੜ ਹੈ। ਉਹ ਕਹਿੰਦਾ ਵੀ ਜਿਹੜੇ ਵੀ ਤਰੀਕੇ ਨਾਲ, ਜੇ ਇਹਨਾਂ ਦੀ ਲੜਾਈ ਕਰਵਾ ਕੇ ਪਿੰਡ 'ਚ ਧੜਾ ਹੁੰਦਾ ਤਾਂ ਕਰਵਾ ਦਿਓ, ਮੈਨੂੰ ਕੋਈ ਫਰਕ ਨਹੀਂ, ਤਮਾਸ਼ਾ ਦੇਖੋ, ਮੈਨੂੰ ਇੱਕ ਧੜਾ ਆ ਜੇ। ਦੂਜਾ ਕਹਿੰਦਾ ਮੇਰੇ ਕੋਲ ਦੂਜਾ ਧੜਾ ਆ ਜੇ। ਉਹਨੂੰ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਮਤਲਬ ਨਹੀਂ। ਅੱਜ ਦੀ ਤਰੀਕ ਵਿੱਚ ਇੱਕ ਕਿਸਾਨ ਕੀ, ਤੁਸੀਂ ਕਿਸੇ ਵੀ ਵਰਗ ਦੀ ਦੇਖ ਲਓ, ਉਹਦੀ ਸਮੱਸਿਆ ਤੇ ਕਿਸੇ ਦੀ ਕੋਈ ਗ੍ਰਿਪ ਨਹੀਂ, ਨਾ ਕੋਈ ਹੱਲ ਹੋ ਰਿਹਾ ਕਿਸੇ ਵੀ ਸਮੱਸਿਆ ਦਾ। ਚਾਹੇ ਕੋਈ ਨੌਕਰੀ ਲੱਭਣ ਵਾਸਤੇ ਲੜਦੇ ਨੇ, ਚਾਹੇ ਕੋਈ ਖੇਤੀ ਵਾਸਤੇ ਲੜਦਾ, ਚਾਹੇ ਕੋਈ ਜਿਹੜਾ ਮਿਹਨਤ ਕਰਦਾ, ਉਹਨਾਂ ਦੀਆਂ ਸਮੱਸਿਆਵਾਂ ਐਜ਼ ਇਟ ਇਜ਼ ਤੁਰੀਆਂ ਜਾਂਦੀਆਂ ਨੇ, ਵੱਧਦੀਆਂ ਜਾਂਦੀਆਂ ਨੇ, ਘਟਦੀਆਂ ਨਹੀਂ। ਕੋਈ ਉਹਨਾਂ ਨੂੰ ਹੱਲ ਕਰਨ ਵੱਲ ਨਹੀਂ ਤੁਰਦਾ। ਆਪਣੀ ਰਾਜਨੀਤੀ ਲਈ ਬਿਆਨਬਾਜ਼ੀ ਤੱਕ ਸੀਮਤ ਹੋ ਗਈਆਂ ਪੋਲੀਟੀਕਲ ਪਾਰਟੀਆਂ, ਕੋਈ ਪ੍ਰੈਕਟੀਕਲੀ ਕੁਝ ਨਹੀਂ ਕਰਦੀਆਂ। ਜਾਂ ਤਾਂ ਕੋਈ ਸਮੱਸਿਆ ਨੂੰ ਲੈ ਕੇ ਦੱਸਣ, ਕਿਸਾਨ ਦੀ ਅੱਜ ਏਡੀ ਵੱਡੀ ਸਮੱਸਿਆ, ਕਾਂਗਰਸ ਮੇਜਰ ਅਪੋਜੀਸ਼ਨ ਹੈ ਪੰਜਾਬ ਪਾਰਟੀ, ਦੱਸਣ ਇਹਨਾਂ ਨੇ ਕਿਹੜੀ ਮੰਡੀ ਵਿੱਚ ਧਰਨਾ ਦੇ ਕੇ ਕਿ ਕੁਝ ਲੋਕਾਂ ਦਾ ਸਾਥ ਦਿੱਤਾ। ਹਾਂ, ਜਾਂਦੇ ਨੇ ਚਿੱਟੇ ਕੱਪੜੇ ਪਾ ਕੇ, ਕੁੜਤਾ ਪਜਾਮਾ ਪਾ ਕੇ, ਸੈਂਟ ਛਿੜਕ ਕੇ, ਕਿਸਾਨ ਵਿਚਾਰੇ ਤੋਂ ਮੂੰਹ ਮੁਸ਼ਕਾਉਂਦਾ ਹੁੰਦਾ, ਤੇ 2 ਘੜੀ ਫੋਟੋਆਂ ਖਿਚਾ ਕੇ ਜਦੇ ਭੱਜ ਜਾਂਦੇ ਨੇ। ਇੱਦਾਂ ਸਮੱਸਿਆ ਦਾ ਹੱਲ ਨਹੀਂ ਹੁੰਦਾ। ਅੱਛਾ, ਸ਼ਾਇਦ ਇਸੇ ਕਰਕੇ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਆਪੇ ਇੱਕ ਕਮਿਸ਼ਨ ਗਠਿਤ ਕੀਤਾ, ਡਾਕਟਰ ਸਵਾਮੀਨਾਥਨ ਜਿਹੜੀ ਬਣਾਇਆ ਸੀ ਉਹਨਾਂ, ਉਹਦੀ ਹੁਣ ਤੱਕ ਰਿਪੋਰਟ ਨਹੀਂ ਲਾਗੂ ਕੀਤੀ। ਕੀ ਕਹੋਗੇ? ਬਿਲਕੁਲ ਠੀਕ ਹੈ, ਇਹੀ ਹੈ। ਮੈਂ ਇੱਕ ਹੋਰ ਅਰਜ਼ ਕਰਾਂ। ਅਸੀਂ ਇੱਕ ਵਾਰੀ ਇੱਥੇ ਬਾਦਲ ਸਾਹਿਬ ਚੀਫ ਮਿਨਿਸਟਰ ਜਦੋਂ ਬਣੇ ਪਿਛਲੀ ਟਰਮ ਦੇ ਵਿੱਚ, ਅਸੀਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਇੱਥੇ ਕਿਸਾਨ ਭਵਨ 'ਚ ਇਕੱਠ 'ਚ। ਮੈਂ ਕਿਹਾ ਬਈ ਤੁਸੀਂ ਇੱਕ ਕਮੇਟੀ ਬਣਾਓ ਇਕੋਨੋਮਿਸਟਾਂ ਦੀ, ਜਿਹੜੀ ਇਹ ਸਟੱਡੀ ਕਰੇ ਬਈ 1966-67 ਤੋਂ ਅੱਜ ਤੱਕ ਹੋਇਆ ਕੀ ਹੈ ਕਿਸਾਨੀ ਨਾਲ। ਅਸੀਂ 4 ਮੁੱਖ ਫਸਲਾਂ ਪੈਦਾ ਕਰਦੇ ਹਾਂ, ਕਣਕ, ਨਰਮਾ, ਗੰਨਾ, ਝੋਨਾ। ਚੌਹਾਂ ਨੂੰ ਸਟੱਡੀ ਕਰਾ ਲਓ, ਤੁਹਾਡੇ ਕੋਲ ਰਿਕਾਰਡ ਹੈਗਾ ਕਿੰਨੀ ਅਸੀਂ ਕਿਹੜੇ ਸਾਲ 'ਚ ਫਸਲ ਵੇਚੀ, ਉਹਦਾ ਸਰਕਾਰ ਨੇ ਕੀ ਭਾਅ ਮਿਥਿਆ, ਖਰਚੇ ਕੀ ਸੀ। ਉਹ ਕਮੇਟੀ ਨੇ ਸਟੱਡੀ ਕਰਕੇ ਆਪਣੀ ਰਿਪੋਰਟ ਦਿੱਤੀ। ਉਹ ਵੀ ਬਾਦਲ ਸਰਕਾਰ ਨੇ ਵੀ ਹਾਲੇ ਉਹ ਪਬਲਿਸ਼ ਨਹੀਂ ਕੀਤੀ, ਮੇਰੇ ਕੋਲ ਉਹਦੀ ਰਿਪੋਰਟ ਹੈ। ਉਹਨੇ ਕਣਕ ਔਰ ਝੋਨਾ 2 ਫਸਲਾਂ ਸਟੱਡੀ ਕੀਤੀਆਂ। ਜਿਹੜੇ ਸਾਲ 'ਚ ਮੁਨਾਫਾ ਸੀ ਮੁਨਾਫਾ ਕੱਢਤਾ, ਜਿਹੜੇ ਸਾਲ 'ਚ ਘਾਟਾ ਸੀ ਘਾਟਾ ਕੱਢਤਾ। ਕੁੱਲ ਮਿਲਾ ਕੇ ਉਹਨਾਂ ਨੇ ਕਿਹਾ 1966-67 ਤੋਂ 2007-08 ਤੱਕ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਕਣਕ ਔਰ ਝੋਨੇ 'ਚ 1,62,995 ਕਰੋੜ ਰੁਪਏ ਦਾ ਘਾਟਾ ਪਿਆ 2 ਫਸਲਾਂ 'ਚ। ਨਾ 1 ਲੱਖ, ਸੌਰੀ, ਸਿਰਫ 62,995 ਕਰੋੜ ਦਾ ਘਾਟਾ ਪਿਆ। ਹੁਣ ਇਹ 62,000-63,000 ਕਰੋੜ ਰੁਪਇਆ ਅੱਜ ਪੰਜਾਬ ਦੇ ਕਿਸਾਨਾਂ ਨੂੰ ਦੇ ਦਿਓ, ਜਿਹੜਾ ਸਰਕਾਰ ਨੇ ਨੀਤੀਬੱਧ ਢੰਗ ਨਾਲ ਘੱਟ ਭਾਅ ਮਿੱਥ ਕੇ ਲੁੱਟਿਆ।
ਕੋਈ ਕਰਜ਼ੇ 'ਚ ਨਹੀਂ ਰਹਿੰਦਾ। ਰਿਪੋਰਟ ਇਹ ਵੀ ਨਹੀਂ ਬਾਹਰ ਆਈ, ਸਵਾਮੀਨਾਥਨ ਦੀ ਰਿਪੋਰਟ ਤਾਂ ਲਾਗੂ ਕਿਹਨੇ ਕਰਨੀ ਹੈ? ਉਹਨੇ ਕਿਹਾ ਵੀ ਉਹ ਕਿਸਾਨ ਨੂੰ ਉਹਦੇ ਖਰਚੇ ਗਿਣ ਕੇ ਉਹਦੇ ਤੇ 50% ਮੁਨਾਫਾ ਦੇ ਦਿਓ ਤਾਂ ਕਿ ਉਹ ਸਰਵਾਈਵ ਕਰੇ। ਉਹਨੂੰ ਵੀ ਇਸ ਸਮਾਜ ਦਾ ਇੱਕ ਹਿੱਸਾ ਨਹੀਂ ਮੰਨਣ ਨੂੰ ਤਿਆਰ। ਬਸ ਕਮੇਟੀਆਂ ਬਣਾ ਦੇਣੀਆਂ, ਕਮੇਟੀਆਂ ਬਣਾ ਦੇਣੀਆਂ, ਲੋਕਾਂ ਨੂੰ ਐਵੇਂ ਲਾ ਦੇਣਾ ਇਸ ਭੱਬਲ ਭੂਸੇ 'ਚ ਵੀ ਕਮੇਟੀ ਬਣੀ ਹੈ, ਪਤਾ ਨਹੀਂ ਕੁਛ ਹੋ। ਮੈਂ ਇੱਕ ਹੋਰ ਅਰਜ਼ ਕਰਨਾ, ਮੈਂ 1 ਸਾਲ ਤੋਂ ਲੱਗਿਆ ਪ੍ਰਧਾਨ ਮੰਤਰੀ ਨੂੰ ਮੈਮੋਰੰਡਮ ਦਿੱਤਾ, ਪੰਜਾਬ ਸਰਕਾਰ ਨੂੰ ਵੀ ਲਿਖ ਕੇ ਦਿੱਤਾ, ਤੇ ਮੈਂ ਕਿਹਾ ਵੀ ਹਰ 10 ਸਾਲਾਂ ਬਾਅਦ ਐਮਪਲਾਈਜ਼ ਲਈ ਇੱਕ ਪੇ ਕਮਿਸ਼ਨ ਬਣ ਜਾਂਦਾ ਹੈ। ਬਿਲਕੁਲ ਜੀ। ਉਹਦੇ ਨਾਲ ਹਰ ਛਮਾਈ ਉਹਨਾਂ ਦਾ ਡੀਏ ਵੱਧ ਜਾਂਦਾ ਹੈ। ਕਿੰਨੇ % ਆਬਾਦੀ ਦਾ ਹਿੱਸਾ ਨੇ ਜੀ ਇਹ ਲੋਕ? ਕਰਪਸ਼ਨ ਕਰਨ ਤੋਂ ਬਿਨਾਂ ਮੈਂ ਮਾਫ ਕਰਨਾ ਚੰਗੇ ਵੀ ਨੇ, ਪਰ ਮੈਜੋਰਿਟੀ ਸਿਰਫ ਕਰਪਸ਼ਨ ਕਰਦੀ ਹੈ, ਇਦੋਂ ਬਾਅਦ ਕੁਝ ਨਹੀਂ ਕਰਦੀ। ਜਾ ਕੇ ਦਫ਼ਤਰ ਬਹਿ ਜਾਣਾ, 4 ਵਜੇ ਡੱਬਾ ਚੱਕ ਕੇ ਘਰ ਨੂੰ ਆ ਜਾਣਾ। ਜਿਹੜੇ ਕੋਈ ਲੋਕ ਉੱਥੇ ਜਾਂਦੇ ਨੇ ਕਹਿੰਦੇ ਜੇ ਪੈਸੇ ਦੇ ਕੇ ਜਾਣਾ ਤਾਂ ਕੰਮ ਕਰਾਂਗੇ, ਨਹੀਂ ਕਰਦੇ ਨਹੀਂ। ਸਾਡੇ ਲਈ ਜਿਹੜਾ ਇੱਕ ਵੱਡਾ ਹਿੱਸਾ ਆਬਾਦੀ ਦਾ, ਅਸੀਂ ਕਿਹਾ ਵੀ ਸਾਡੇ ਲਈ ਇੱਕ ਫਾਰਮਰਸ ਇਨਕਮ ਕਮਿਸ਼ਨ ਬਣਾ ਦਿਓ, ਜਿਹੜਾ ਇਹ ਡਿਸਾਈਡ ਕਰੇ ਵੀ ਘੱਟੋ ਘੱਟ ਕਿੰਨੀ ਆਮਦਨ ਨਾਲ ਇੱਕ ਬੰਦਾ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾ ਸਕਦਾ, ਜੀ ਸਕਦਾ ਹੈ। ਉਹਦੇ ਲਈ ਜਿਵੇਂ ਡਿਵੈਲਪ ਕੰਟਰੀਜ਼ 'ਚ ਹੈ, ਇੱਕ ਸੋਸ਼ਲ ਸਿਕਿਉਰਿਟੀ ਫੰਡ ਬਣਾ ਦਿਓ, ਤੇ ਜਾਂ ਤਾਂ ਉਹਨੂੰ ਉਹਦੇ ਘਰ ਦੇ ਨੇੜੇ ਕੋਈ ਐਗਰੋ ਪ੍ਰੋਸੈਸਿੰਗ ਇੰਡਸਟਰੀ ਲਾ ਕੇ ਉਹਦੀ ਇਨਕਮ ਕੰਪਨਸੇਟ ਕਰਨ ਦਾ ਕੋਈ ਹੋਰ ਸਾਧਨ ਬਣਾਓ। ਕੁਛ ਉਹਦੀ ਇਨਕਮ ਦੇਖ ਲਓ ਕਿੰਨੀ ਹੈ, ਪਲੱਸ ਉਧਰ ਉਹ ਕਮਾਈ ਕਰੇ, ਤੇ ਜੇ ਨਹੀਂ ਤਾਂ ਸਰਕਾਰ ਖਜ਼ਾਨੇ ਵਿੱਚੋਂ ਪੈਸੇ ਦੇਵੇ ਤਾਂ ਕਿ ਉਹ ਸਰਵਾਈਵ ਕਰੇ। ਦੇਸ਼ ਤਾਂ ਜ਼ਹਿਰੀ ਹੈ, ਪਰ ਉਹ ਨਹੀਂ ਮੰਨਦੇ, ਉਹ ਨਹੀਂ ਮੰਨਦੇ। ਅੱਛਾ, ਇਸੇ ਕਰਕੇ ਕਹਿੰਦੇ ਹੈਗੇ ਜੇ ਖੇਤੀ ਖਸਮਾ ਮੇਥੀ ਹੈਗੀ, ਤੇ ਤੁਹਾਡੇ ਨਜ਼ਰੀਏ ਦੇ ਨਾਲ ਪੰਜਾਬ ਦੇ ਜਿਹੜੇ ਖੇਤਾਂ ਦੇ ਰਾਜੇ ਹੈਗੇ ਸੀ ਉਹ ਅੱਜ ਮਜ਼ਦੂਰੀ ਕਰ ਰਹੇ ਹੈਗੇ ਨੇ ਜੀ? ਦੇਖੋ, ਪਿਛਲੇ 5 ਸਾਲਾਂ 'ਚ 2,60,000 ਇਹ ਆਫੀਸ਼ੀਅਲੀ ਫਿਗਰ ਹੈ, ਕਿਸਾਨ ਪਰਿਵਾਰ ਨੇ ਜਿਹੜੇ ਖੇਤ ਜ਼ਮੀਨ ਵੇਚ ਕੇ ਵਿਹਲੇ ਹੋ ਗਏ, ਉਹ ਮਜ਼ਦੂਰੀ ਕਰਦੇ ਨੇ। ਕਿਸਾਨ ਨੂੰ ਹੋਰ ਤਾਂ ਕੋਈ ਕੰਮ ਆਉਂਦਾ ਨਹੀਂ, ਸਿਰਫ ਖੇਤੀ ਆਉਂਦੀ ਹੈ। ਔਰ ਮੈਂ ਇੱਕ ਹੋਰ ਸਾਫ਼ ਕਰ ਦੇਣਾ ਚਾਹੁੰਦਾ ਆਪਣੇ ਭਾਈਚਾਰੇ ਨੂੰ, ਉਹਨਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ, ਜਿਹੜੀਆਂ ਵਰਲਡ ਬੈਂਕ ਦੀਆਂ ਹਦਾਇਤਾਂ ਹੇਠ ਡਾਕਟਰ ਮਨਮੋਹਨ ਸਿੰਘ ਅੱਜ ਕੰਮ ਕਰ ਰਹੇ ਨੇ, ਉਹਨਾਂ ਹਦਾਇਤਾਂ ਦੇ ਮੁਤਾਬਕ 2015 ਤੱਕ 40% ਕਿਸਾਨਾਂ ਨੂੰ ਖੇਤੀ 'ਚੋਂ ਬਾਹਰ ਕੱਢਣ ਦਾ ਟੀਚਾ ਹੈ, 30% ਹੋਰ 2020 ਤੱਕ ਕੱਢਣ ਦਾ। ਉਹਨਾਂ ਦਾ ਨਿਸ਼ਾਨਾ ਵੀ 70% ਇਹ ਨਿਕਲ ਗਏ, 30% ਆਪਣੇ ਆਪ ਨਿਕਲ ਜਾਣਗੇ, ਕੁਦਰਤੀ ਢੰਗ ਨਾਲ ਨਿਕਲ ਜਾਣਗੇ। ਔਰ ਇਹ ਸਾਰੀ ਖੇਤੀ ਨੂੰ ਸਮਝ ਲਓ, ਅਸਲ ਵਿੱਚ ਹਿੰਦੁਸਤਾਨ ਦੀ ਇਕਨੋਮੀ ਨੂੰ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨ ਦਾ ਇੱਕ ਪ੍ਰੋਗਰਾਮ ਹੈ। ਉਹਦੇ ਤਹਿਤ ਇਹ ਸਭ ਕੁਝ ਗਿਣਮਿਤ ਕੇ ਹੋ ਰਿਹਾ। ਸਾਨੂੰ ਸਾਰਿਆਂ ਨੂੰ, ਜਿੰਨੇ ਇੱਥੇ ਖੇਤੀ ਕਰਦੇ ਨੇ, ਉਹਨਾਂ ਨੂੰ ਇਹਨਾਂ ਨੇ ਮਜ਼ਦੂਰ ਬਣਾਉਣਾ ਹੈ ਕਾਰਪੋਰੇਟ ਹਾਊਸਿਸ ਦੇ। ਇਹ ਸਰਕਾਰ ਦਾ ਟੀਚਾ ਹੈ, ਇਹ ਸਾਨੂੰ ਸਮਝ ਕੇ ਚੱਲਣਾ ਚਾਹੀਦਾ। ਜਾਂ ਤਾਂ ਅਸੀਂ ਇਹਦੇ ਵਿਰੋਧ 'ਚ ਉੱਠ ਖੜੇ ਹੋਈਏ, ਤੇ ਨਹੀਂ ਜੇ ਗੱਲਾਂ ਹੀ ਕਰੀ ਜਾਣੀਆਂ ਵਧੀਆ ਗੱਲਾਂ, ਜਿੰਨੇ ਵਕੀਲ ਲਾਏ ਉਹ ਗੱਲ ਨਹੀਂ ਮੁੱਕਣ ਦਿੰਦੇ, ਤੇ ਜੇ ਕੁਝ ਕਰਨਾ ਪਊਗਾ ਪ੍ਰੈਕਟੀਕਲੀ ਕਰਨ ਲਈ ਕੁਝ ਤਿਆਰ ਨਹੀਂ, ਫਿਰ ਤਾਂ ਅਸੀਂ ਗੱਲਾਂ ਕਰੀ ਜਾਂਦੇ ਹਾਂ। ਇਹਦਾ ਉਹ ਫਾਇਦਾ ਉਠਾ ਰਹੇ ਨੇ। ਠੀਕ ਹੈ ਰਾਜਵਲ ਸਾਹਿਬ, ਸਮਾਂ ਆਗਿਆ ਨਹੀਂ ਦਿੰਦਾ ਕਿ ਤੁਸੀਂ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ਾਇਦ ਦੇਸ਼ ਦੀਆਂ ਸਾਰੀਆਂ ਸਰਕਾਰਾਂ ਜਾਣਬੁੱਝ ਕੇ ਕਿਸਾਨਾਂ ਦੇ ਮਸਲੇ ਵਿੱਚ ਗੂੰਗੀਆਂ ਬੋਲੀਆਂ ਹੋ ਚੁੱਕੇ ਨੇ, ਪਰ ਇਹਨਾਂ ਸਰਕਾਰਾਂ ਨੂੰ ਜ਼ਰੂਰ ਕੰਧ ਉੱਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਕਿ ਜੇਕਰ ਦੇਸ਼ ਦਾ ਅੰਨਦਾਤਾ ਹੀ ਮਰ ਗਿਆ ਤਾਂ ਕੀ ਫਿਰ ਦੇਸ਼ ਜੀਵਤ ਰਹਿ ਪਾਏਗਾ? ਫਿਲਹਾਲ ਜਾਗੋ ਪੰਜਾਬ ਵਿੱਚ ਅੱਜ ਦੇ ਲਈ ਬਸ ਇੰਨਾ ਹੀ। ਕੱਲ ਫਿਰ ਇੱਕ ਨਵੇਂ ਮੁੱਦੇ ਤੇ ਨਵੀਂ ਹਸਤੀ ਨਾਲ ਮਿਲਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਹਮੇਸ਼ਾ ਹੱਸਦੇ ਰਹੋ, ਵਸਦੇ ਰਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।